ਮਸੀਹੀ ਤਾਲੀਮ ਦੀ ਕਲਾਸ ਦੇ ਸਾਰੇ ਹੀ ਬੱਚਿਆਂ ਨੂੰ ਯਿਸੂ ਮਸੀਹ ਦੀ ਉਮੀਦ ਹੈ ਕਿ ਤੁਸੀਂ ਸਾਰੇ ਮਸੀਹੀ ਤਾਲੀਮ ਦੀਆਂ ਆਨਲਾਈਨ ਕਲਾਸਾਂ ਨੂੰ ਬੜੇ ਧਿਆਨ ਦੇ ਨਾਲ ਸੁਣਦੇ ਆ ਰਹੇ ਹੋ। ਅੱਜ ਦੀ ਮਸੀਹੀ ਤਾਲੀਮ ਦੀ ਆਨਲਾਈਨ ਕਲਾਸ ਦੇ ਵਿੱਚ ਅਸੀਂ ਅਧਿਆਇ 4 ਮਾਂ ਮਰੀਅਮ ਦਾ ਇਤਿਹਾਸ ਪੇਜ ਨੰਬਰ 31 ਤੋਂ ਪੜ੍ਹਾਂਗੇ। ਨਾਸਰਤ ਪਿੰਡ ਗਲੀਲ ਦੇ ਉੱਤਰੀ ਪਾਸੇ ਦੇ ਪਥਰੀਲੇ ਖੇਤਰ ਵਿੱਚ ਨਾਸਰਤ ਨਾਂ ਦਾ ਇੱਕ ਪਿੰਡ ਸੀ। ਨਵੇਂ ਨੇਮ ਵਿੱਚ 3 ਅੰਜੀਲਕਾਰਾਂ ਨੇ ਕੁਝ ਥਾਵਾਂ 'ਤੇ ਇਸ ਦਾ ਜ਼ਿਕਰ ਕੀਤਾ ਹੈ, ਜਿਵੇਂ ਕਿ ਸੰਤ ਲੂਕਾ ਦੀ ਲਿਖੀ ਅੰਜੀਲ ਵਿੱਚ ਹੈ। ਅਲਿਜ਼ਬਤ ਨੂੰ ਗਰਭਵਤੀ ਹੋਇਆ 6 ਮਹੀਨੇ ਹੋ ਚੁੱਕੇ ਸਨ ਜਦੋਂ ਖੁਦਾ ਨੇ ਜਬਰਾਇਲ ਦੂਤ ਨੂੰ ਗਲੀਲ ਇਲਾਕੇ ਦੇ ਨਾਸਰਤ ਨਾਂ ਦੇ ਇੱਕ ਪਿੰਡ ਵਿੱਚ ਘੱਲਿਆ। ਇੱਥੇ ਉਹ ਨਾਸਰਤ ਨਾਂ ਦੇ ਇੱਕ ਪਿੰਡ ਵਿੱਚ ਵਸ ਗਿਆ ਕਿ ਨਬੀਆਂ ਦਾ ਇਹ ਵਾਕ ਪੂਰਾ ਹੋਵੇ, ਉਹ ਨਾਸਰੀ ਅਖਵਾਏਗਾ। ਮਰਕਸ ਦੀ ਲਿਖੀ ਅੰਜੀਲ ਵਿੱਚ ਉਸ ਵੇਲੇ ਯਿਸੂ ਗਲੀਲ ਦੇ ਨਗਰ ਨਾਸਰਤ ਤੋਂ ਆਏ ਅਤੇ ਉਹਨਾਂ ਜਰਦਨ ਨਦੀ ਵਿੱਚ ਯੋਹੰਨਾ ਦੇ ਹੱਥੋਂ ਬਪਤਿਸਮਾ ਲਿਆ। ਮਾਂ ਬਾਪ ਇਸ ਨਾਸਰਤ ਪਿੰਡ ਵਿੱਚ ਇੱਕ ਨੇਮ ਤੇ ਖੁਦਾ ਦਾ ਡਰ ਮੰਨਣ ਵਾਲੇ ਪਤੀ ਪਤਨੀ ਰਹਿੰਦੇ ਸਨ, ਜਿਨ੍ਹਾਂ ਦਾ ਨਾਂ ਸੀ ਯੋਆਕਿਮ ਅਤੇ ਹੰਨਾ। ਬੇਸ਼ੱਕ ਉਹ ਗਰੀਬ ਸਨ, ਪਰ ਉਹਨਾਂ ਦਾ ਸੰਬੰਧ ਹਾਰੂਨ ਦੇ ਘਰਾਣੇ ਅਤੇ ਪ੍ਰੋਹਤਾਈ ਜਮਾਤ ਨਾਲ ਸੀ। ਉਹਨਾਂ ਦੀ ਨਾਸਰਤ ਸ਼ਹਿਰ ਦੀ ਖੁਸ਼ੀ ਅਤੇ ਸ਼ਾਂਤੀ ਭਰੀ ਜ਼ਿੰਦਗੀ ਵਿੱਚ ਉਹਨਾਂ ਨੂੰ ਇੱਕ ਦੁੱਖ ਅੰਦਰੋਂ ਅੰਦਰ ਖਾਈ ਜਾਂਦਾ ਸੀ। ਉਹ ਇਹ ਸੀ ਕਿ ਉਹਨਾਂ ਦਾ ਕੋਈ ਬੱਚਾ ਨਹੀਂ ਸੀ। ਯਹੂਦੀਆਂ ਦੀ ਵਿਵਸਥਾ ਦੇ ਅਨੁਸਾਰ ਇਹ ਖੁਦਾ ਦੇ ਗੁੱਸੇ ਦਾ ਨਤੀਜਾ ਸੀ। ਫਿਰ ਵੀ ਉਹ ਪ੍ਰਾਰਥਨਾ ਕਰਦੇ ਰਹਿੰਦੇ ਅਤੇ ਬੱਚੇ ਦੀ ਆਸ ਰੱਖਦੇ ਸਨ। ਉਹਨਾਂ ਨੇ ਇਰਾਦਾ ਬਣਾਇਆ ਸੀ ਕਿ ਜੇਕਰ ਖੁਦਾ ਉਹਨਾਂ ਨੂੰ ਇੱਕ ਬੱਚਾ ਦੇਵੇਗਾ ਤਾਂ ਉਹ ਉਸ ਨੂੰ ਖੁਦਾ ਦੀ ਸੇਵਾ ਲਈ ਹੈਕਲ ਵਿੱਚ ਚੜ੍ਹਾ ਦੇਣਗੇ। ਆਖਰ ਵਿੱਚ ਖੁਦਾ ਨੇ ਉਹਨਾਂ ਦੀ ਪ੍ਰਾਰਥਨਾ ਸੁਣੀ ਅਤੇ ਹੰਨਾ ਨੇ ਜਿਸ ਬੱਚੇ ਨੂੰ ਗਰਭ ਵਿੱਚ ਧਾਰਨ ਕੀਤਾ ਉਹ ਮਰੀਅਮ ਸੀ, ਜੋ ਸਮਾਂ ਪੂਰਾ ਹੋਣ 'ਤੇ ਖੁਦਾ ਦੀ ਮਾਂ ਬਣਨ ਵਾਲੀ ਸੀ। ਇਹ ਪੱਕਾ ਨਹੀਂ ਕਿਹਾ ਜਾ ਸਕਦਾ ਕਿ ਮਰੀਅਮ ਕਿੰਨਾ ਚਿਰ ਨਾਸਰਤ ਸ਼ਹਿਰ ਵਿੱਚ ਰਹੀ ਸੀ। ਮਰੀਅਮ ਦੀ ਰੋਜ਼ਾਨਾ ਜ਼ਿੰਦਗੀ। ਖੁਦਾ ਨੇ ਮਰੀਅਮ ਦੀ ਰੂਹ ਨੂੰ ਆਪਣੀਆਂ ਬਰਕਤਾਂ ਨਾਲ ਭਰਪੂਰ ਕੀਤਾ। ਮਰੀਅਮ ਦੀ ਰੋਜ਼ਾਨਾ ਜ਼ਿੰਦਗੀ ਉਤਸ਼ਾਹਿਤ ਪ੍ਰਾਰਥਨਾ ਅਤੇ ਕੰਮਾਂ ਨਾਲ ਭਰੀ ਹੋਈ ਹੋਣ ਦੇ ਕਾਰਨ ਹੈਕਲ ਦੇ ਸਾਰੇ ਸੇਵਾਦਾਰ ਉਸ ਨੂੰ ਬਹੁਤ ਪਿਆਰ ਕਰਦੇ ਸਨ। ਰਵਾਇਤ ਤੋਂ ਪਤਾ ਚੱਲਦਾ ਹੈ ਕਿ ਉਸ ਦਾ ਮਾਂ ਪਿਓ ਉਸ ਦੇ ਹੈਕਲ ਛੱਡਣ ਤੋਂ ਪਹਿਲਾਂ ਹੀ ਮਰ ਗਏ ਸਨ। ਜਦੋਂ ਵੀ ਕੋਈ ਲੜਕੀ ਬਾਲਗ ਹੋ ਜਾਂਦੀ ਤਾਂ ਉਹ ਮੰਦਰ ਵਿੱਚ ਆਪਣੇ ਘਰ ਵਾਪਸ ਭੇਜ ਦਿੱਤੀ ਜਾਂਦੀ ਸੀ। ਯਹੂਦੀ ਔਰਤ ਲਈ ਸ਼ਾਦੀ ਕਰਨਾ ਜ਼ਰੂਰੀ ਸੀ। ਜੇਕਰ ਲੜਕੀ ਦੇ ਮਾਂ ਪਿਓ ਨਾ ਹੋਣ ਤਾਂ ਇਹ ਨੇੜੇ ਦੇ ਰਿਸ਼ਤੇਦਾਰਾਂ ਦਾ ਫਰਜ਼ ਸੀ ਕਿ ਉਹ ਲੜਕੀ ਦੀ ਸ਼ਾਦੀ ਦਾ ਬੰਦੋਬਸਤ ਕਰਨ। ਜਦੋਂ ਮਰੀਅਮ ਆਪਣੇ ਘਰ ਆਈ ਤਾਂ ਉਸ ਦੀ ਸ਼ਾਦੀ ਇੱਕ ਆਦਮੀ ਯੂਸਫ ਤਰਖਾਨ ਨਾਲ ਤੈਅ ਰੱਖੀ ਸੀ। ਯੂਸਫ ਦਾਊਦ ਦੇ ਘਰਾਣੇ ਨਾਲ ਸੰਬੰਧ ਰੱਖਦਾ ਸੀ। ਬੇਸ਼ੱਕ ਨਵਾਂ ਨੇਮ ਯੂਸਫ ਦੇ ਬਾਰੇ ਥੋੜ੍ਹੀ ਹੀ ਜਾਣਕਾਰੀ ਦਿੰਦਾ ਹੈ, ਪਰ ਇਹ ਥੋੜ੍ਹੀ ਜਾਣਕਾਰੀ ਵੀ ਕਾਫੀ ਹੈ। ਯੂਸਫ ਇੱਕ ਇਨਸਾਫ ਪਸੰਦ ਆਦਮੀ ਸੀ। ਇਬਰਾਨੀ ਭਾਸ਼ਾ ਦਾ ਸਾਦਿਕ ਸ਼ਬਦ ਪੰਜਾਬੀ ਵਿੱਚ ਇਨਸਾਫ ਪਸੰਦ ਦਾ ਮਤਲਬ ਰੱਖਦਾ ਹੈ। ਇਨਸਾਫ ਪਸੰਦ ਉਹ ਆਦਮੀ ਹੈ ਜੋ ਖੁਦਾ ਦੀ ਵਿਵਸਥਾ ਅਨੁਸਾਰ ਰਹਿੰਦਾ ਹੈ। ਨਵੇਂ ਨੇਮ ਦੇ ਅਨੁਸਾਰ ਯੂਸਫ ਇੱਕ ਪੂਰਨ ਯਹੂਦੀ ਸੀ, ਖੁਦਾ ਦੀ ਵਿਵਸਥਾ ਦਾ ਬੜਾ ਵਫਾਦਾਰ ਸੀ। ਪੁਰਾਣਾ ਯੁੱਗ ਖਤਮ ਹੋਣ 'ਤੇ ਸੀ ਕਿ ਜਦੋਂ ਰਾਜਾ ਹੈਰੋਦਿਸ ਮਹਾਨ ਯਹੂਦਾ ਦੇਸ਼ ਦੀ ਗੱਦੀ 'ਤੇ ਬੈਠਾ ਸੀ। ਵਿਦੇਸ਼ੀ ਹੋਣ ਦੇ ਕਾਰਨ ਯਹੂਦੀ ਉਸ ਤੋਂ ਨਫ਼ਰਤ ਕਰਦੇ ਸਨ। ਰਾਜਾ ਹੈਰੋਦਿਸ ਜਾਣਦਾ ਸੀ ਕਿ ਉਸ ਦਾ ਰਾਜ ਅਤੇ ਉਸ ਦੀ ਜਿੱਤ ਰੋਮ ਦੀ ਮਿਹਰਬਾਨੀ 'ਤੇ ਨਿਰਭਰ ਕਰਦੀ ਹੈ। ਇਸ ਲਈ ਉਸਨੇ 37ਵੀਂ ਈਸਵੀ ਮਸੀਹ ਤੋਂ ਪਹਿਲਾਂ ਵਿੱਚ ਕੇਸਰ ਅਗਸਤੁਸ ਰਾਜੇ ਦੇ ਅੱਗੇ ਗੋਡੇ ਟੇਕ ਕੇ ਸਾਰੀ ਫਲਸਤੀਨ ਅਤੇ ਨਾਲ ਹੀ ਗਲੀਲ ਦੀਆਂ ਕੁਝ ਰਿਆਸਤਾਂ ਦਾ ਤਾਜ ਪ੍ਰਾਪਤ ਕਰ ਲਿਆ। ਹੈਰੋਦਿਸ ਦਾ ਭਿਆਨਕ ਰਾਜ 31 ਸਾਲ ਤੱਕ ਰਿਹਾ। ਬੈਤਲਹਿਮ ਦੇ ਨਿਰਦੋਸ਼ ਬੱਚਿਆਂ ਦਾ ਕਤਲ ਵੀ ਉਸਨੇ ਕੀਤਾ ਸੀ। ਉਸਨੇ ਖੂਨੀ ਹੱਥਾਂ ਨੇ ਉਸਦੇ ਦਰਬਾਰੀਆਂ ਨੂੰ ਵੀ ਨਾ ਬਖਸ਼ਿਆ। ਯੂਸੇਫਸ, ਜੋ ਕਿ ਯਿਸੂ ਮਸੀਹ ਦੇ ਸਮੇਂ ਦਾ ਇਤਿਹਾਸਕਾਰ ਸੀ, ਦੱਸਦਾ ਹੈ ਕਿ ਹੈਰੋਦਿਸ ਰੋਮ ਦੇ ਰਾਜਿਆਂ ਵਿੱਚੋਂ ਸਭ ਤੋਂ ਵੱਧ ਘਿਰਣਾਯੋਗ ਰਾਜਾ ਸੀ। ਉਸ ਸਮੇਂ ਇੱਕ ਹੀ ਰਾਜਾ ਸੀ, ਕੇਸਰ ਅਗਸਤੁਸ। ਇੱਕ ਹੀ ਲਾਤੀਨੀ ਭਾਸ਼ਾ ਸੀ ਅਤੇ ਇੱਕ ਹੀ ਬਾਦਸ਼ਾਹੀ ਸੀ। ਯਹੂਦੀ ਲੋਕ ਇਸ ਦੀ ਬਗਾਵਤ ਕਰਨੀ ਚਾਹੁੰਦੇ ਸਨ ਕਿਉਂਕਿ ਇਹ ਰੋਮੀ ਲੋਕ ਯਹੂਦੀਆਂ ਲਈ ਘਿਰਣਾਯੋਗ ਸਨ। ਰੋਮ ਦਾ ਬਾਜ ਵਾਲਾ ਝੰਡਾ ਜੋ ਐਂਟੋਨੀਆ ਕਿਲੇ ਦੇ ਬੁਰਜ 'ਤੇ ਲਹਿਰਾਉਂਦਾ ਸੀ, ਪਰ ਯਰੂਸ਼ਲਮ ਕੇਸਰ ਦੀ ਇੰਨੀ ਵੱਡੀ ਸੈਨਾ ਦੇ ਅੱਗੇ ਕੀ ਕਰ ਸਕਦਾ ਸੀ। ਬਸ ਯਸ਼ਾਇਆ ਨਬੀ ਦੇ ਸ਼ਬਦਾਂ ਨੂੰ ਯਾਦ ਕਰਦੇ ਉਹਨਾਂ ਲਈ ਇੱਕ ਆਸ਼ਾ ਬਾਕੀ ਸੀ ਅਤੇ ਉਹ ਮੁਕਤੀਦਾਤੇ ਦੇ ਜਨਮ ਦੀ ਉਡੀਕ ਵਿੱਚ ਸਨ। ਯਸ਼ਾਇਆ 7 ਬਾਬ ਉਸ ਦੀ 14 ਹੈ।
ਇਸਰਾਈਲ ਦੇ ਬੱਚਿਆਂ ਲਈ ਇਹ ਉਮੀਦ ਕਰਨ ਦਾ ਸਮਾਂ ਸੀ। ਯਹੂਦੀ ਔਰਤਾਂ ਖਾਸ ਕਰਕੇ ਜੋ ਦਾਊਦ ਦੇ ਘਰਾਣੇ ਨਾਲ ਸੰਬੰਧ ਰੱਖਦੀਆਂ ਸਨ, ਯਿਸੂ ਦੀ ਮਾਂ ਬਣਨ ਦੀਆਂ ਚਾਹਵਾਨ ਸਨ। ਇਸੇ ਵਾਅਦੇ ਕੀਤੇ ਹੋਏ ਮੁਕਤੀਦਾਤੇ ਦੀ ਮਾਂ ਬਣਨ ਦਾ ਮੌਕਾ ਮਰੀਅਮ ਨੂੰ ਮਿਲਿਆ, ਜਿਸ ਨੂੰ ਖੁਦਾ ਨੇ ਸਦੀਆਂ ਪਹਿਲਾਂ ਆਦ ਤੋਂ ਹੀ ਚੁਣ ਲਿਆ ਸੀ, ਅਤੇ ਫਰਿਸ਼ਤੇ ਜਿਬਰਾਈਲ ਨੇ ਮਰੀਅਮ ਨੂੰ ਇਹ ਖੁਸ਼ੀ ਦਾ ਪੈਗਾਮ ਸੁਣਾਇਆ। ਸਾਡੇ ਪਹਿਲੇ ਮਾਪੇ ਨਿਰਦੋਸ਼ ਹਾਲਤ ਵਿੱਚ। ਹਰ ਆਦਮੀ ਦਾ ਇਤਿਹਾਸ ਜਾਂ ਕਹਾਣੀ ਉਸਦੇ ਜਨਮ ਨਾਲ ਸ਼ੁਰੂ ਹੁੰਦੀ ਹੈ, ਪਰ ਮਰੀਅਮ ਦੀ ਨਹੀਂ। ਮਰੀਅਮ ਦਾ ਇਤਿਹਾਸ ਸਦੀਆਂ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ, ਜਦੋਂ ਅਦਨ ਦੇ ਬਾਗ ਵਿੱਚ ਹਵਾ ਨੇ ਆਪਣੇ ਅਤੇ ਸਾਡੇ ਲਈ ਬਦਨਾਮੀ ਖੱਟੀ ਸੀ। ਅਸੀਂ ਮਰੀਅਮ ਨੂੰ ਪਹਿਲੀ ਵਾਰ ਖੁਦਾ ਦੇ ਅਕਾਲ ਅਤੇ ਅਸੀਮ ਮਨ ਵਿੱਚ ਵੇਖਦੇ ਹਾਂ, ਜਦੋਂ ਖੁਦਾ ਨੇ ਆਦਮੀ ਨੂੰ ਬਣਾਇਆ, ਜੋ ਕਿ ਉਸ ਦੇ ਹੱਥਾਂ ਦੀ ਕਾਰੀਗਰੀ ਸੀ। ਖੁਦਾ ਲਈ ਸਭ ਕੁਝ ਵਰਤਮਾਨ ਕਾਲ ਵਿੱਚ ਹੁੰਦਾ ਹੈ। ਉਸ ਲਈ ਨਾ ਤਾਂ ਭੂਤਕਾਲ ਹੈ, ਨਾ ਭਵਿੱਖਕਾਲ ਹੈ, ਨਾ ਕੱਲ੍ਹ ਅਤੇ ਨਾ ਹੀ ਅੱਜ ਹਨ, ਕਿਉਂਕਿ ਖੁਦਾ ਸਮੇਂ ਅਤੇ ਜਗ੍ਹਾ ਦੇ ਨਾਲ ਸੀਮਤ ਨਹੀਂ ਹੈ। ਇਸ ਲਈ ਯਿਸੂ ਮਸੀਹ ਦੀ ਮੌਤ, ਜੋ ਸਾਡੇ ਲਈ ਬਾਅਦ ਵਿੱਚ ਹੋਣੀ ਸੀ, ਉਹ ਉਦੋਂ ਹੀ ਹੋ ਗਈ ਸੀ। ਇਸ ਤਰ੍ਹਾਂ ਕੁਆਰੀ ਮਰੀਅਮ, ਜੋ ਸਮਾਂ ਪੂਰਾ ਹੋਣ 'ਤੇ ਖੁਦਾ ਦੇ ਬੇਟੇ ਦੀ ਮਾਂ ਬਣਨ ਵਾਲੀ ਸੀ, ਉਹ ਉਦੋਂ ਹੀ ਖੁਦਾ ਦੀ ਮਾਂ ਬਣ ਚੁੱਕੀ ਸੀ। ਖੁਦਾ ਆਪਣੇ ਅਨੰਤ ਗਿਆਨ ਰਾਹੀਂ ਸਾਡੀ ਮੁਕਤੀ ਦੇ ਭੇਦ ਨੂੰ ਜਾਣਦਾ ਹੈ, ਅਤੇ ਉਹ ਇਹ ਵੀ ਜਾਣਦਾ ਹੈ ਕਿ ਉਸ ਨੂੰ ਪੂਰਾ ਕਿਵੇਂ। ਤੇ ਸਾਡੀ ਮੁਕਤੀ ਵਿੱਚ ਸਿਰਫ ਖੁਦਾ ਹੀ ਨਹੀਂ, ਸਗੋਂ ਆਦਮੀ ਦਾ ਵੀ ਬਹੁਤ ਵੱਡਾ ਭਾਗ ਹੈ। ਆਦਮੀ ਨੂੰ ਆਜ਼ਾਦ ਮਰਜ਼ੀ ਦਿੱਤੀ ਗਈ ਹੈ ਕਿ ਉਹ ਬੁਰਾਈ ਅਤੇ ਚੰਗਿਆਈ ਵਿੱਚ ਚੋਣ ਕਰ ਸਕੇ। ਜੇਕਰ ਚਾਹੇ ਤਾਂ ਬੁਰਾਈ ਚੁਣ ਸਕਦਾ ਹੈ, ਜੇਕਰ ਚਾਹੇ ਤਾਂ ਚੰਗਿਆਈ। ਸਾਡੇ ਰਸਤੇ ਵਿਚਲੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਖੁਦਾ ਸਾਡੀ ਮਦਦ ਕਰਦਾ ਹੈ, ਪਰ ਮਰੀਅਮ ਦੀ ਸਥਿਤੀ ਵਿੱਚ ਖੁਦਾ ਦੇ ਅਨੰਤ ਮਨ ਵਿੱਚ ਇਸ ਚੋਣ ਬਾਰੇ ਕੋਈ ਸ਼ੱਕ ਨਹੀਂ ਸੀ, ਕਿਉਂਕਿ ਖੁਦਾ ਨੇ ਉਸ ਨੂੰ ਪਹਿਲਾਂ ਹੀ ਆਪਣੀਆਂ ਬਰਕਤਾਂ ਦੇ ਫਜ਼ਲ ਨਾਲ ਭਰਪੂਰ ਕੀਤਾ ਹੋਇਆ ਸੀ। ਸਟੀਬਾਨ ਆਪਣੀ ਕਿਤਾਬ ਮਰੀਅਮ ਵਿਗਿਆਨ ਵਿੱਚ ਦੱਸਦਾ ਹੈ, ਮਰੀਅਮ ਦੇ ਪਹਿਲੇ ਚੁਣੇ ਜਾਣ ਕਾਰਨ ਹੀ ਖੁਦਾ ਨੇ ਉਸ ਨੂੰ ਫਜ਼ਲ ਦੀ ਭਰਪੂਰੀ ਵਿੱਚ ਪੈਦਾ ਕੀਤਾ ਹੈ। ਇਹੀ ਉਹ ਬਿੰਦੂ ਹੈ ਜਿਸ 'ਤੇ ਮੁਕਤੀ ਦਾ ਇਤਿਹਾਸ ਬਦਲਦਾ ਹੈ। ਜਿਸ ਤਰ੍ਹਾਂ ਸ਼ਬਦ ਦੇਹ ਧਾਰਨ ਬਾਰੇ ਪਹਿਲਾਂ ਹੀ ਸੋਚਿਆ ਗਿਆ ਸੀ, ਉਸੇ ਤਰ੍ਹਾਂ ਸ਼ੁਰੂ ਤੋਂ ਹੀ ਮਰੀਅਮ ਦਾ ਭਾਗ ਵੀ ਸਥਾਪਿਤ ਕੀਤਾ ਗਿਆ ਸੀ। ਇਸ ਕਰਕੇ ਮਰੀਅਮ ਇਸ ਸ੍ਰਿਸ਼ਟੀ ਵਿੱਚ ਮਸੀਹ ਅਤੇ ਬਾਕੀ ਸਾਰਿਆਂ ਦੇ ਵਿਚਕਾਰ ਖੜੀ ਹੈ। ਇਸ ਤਰ੍ਹਾਂ ਮਸੀਹ ਖੁਦਾ ਤੋਂ ਵੱਖਰਾ ਨਹੀਂ ਕੀਤਾ ਜਾ ਸਕਦਾ, ਉਸੇ ਤਰ੍ਹਾਂ ਮਰੀਅਮ ਵੀ ਮਸੀਹ ਅਤੇ ਬਾਕੀ ਸਾਰੀ ਦੁਨੀਆ ਤੋਂ ਵੱਖਰੀ ਨਹੀਂ ਕੀਤੀ ਜਾ ਸਕਦੀ। ਸੰਤ ਬਰਨਾਰਡ ਦੱਸਦੇ ਹਨ ਕਿ ਯਿਸੂ ਨੇ ਸੰਸਾਰ ਵਿੱਚ ਯਾਨੀ ਮਰੀਅਮ ਦੀ ਕੁੱਖ ਵਿੱਚ ਰਹਿ ਕੇ ਸੰਸਾਰ ਨੂੰ ਬਚਾਇਆ। ਸੰਤ ਪਾਪਾ ਪਿਊਸ 9ਵੇਂ ਕਹਿੰਦੇ ਹਨ ਕਿ ਖੁਦਾ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ। ਉਸ ਦੇ ਰਸਤੇ ਪਿਆਰ ਅਤੇ ਸੱਚਾਈ ਹਨ। ਉਸ ਦੀ ਮਰਜ਼ੀ ਅਕਾਲ ਹੈ। ਉਹ ਹਰ ਇੱਕ ਚੀਜ਼ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਉਸ ਨੇ ਸ਼ੁਰੂ ਤੋਂ ਹੀ ਇੱਕ ਕੁਆਰੀ ਨੂੰ ਆਪਣੇ ਬੇਟੇ ਦੀ ਮਾਂ ਬਣਨ ਲਈ ਚੁਣ ਲਿਆ ਸੀ। ਉਸ ਦੀ ਮਰਜ਼ੀ ਸੀ ਕਿ ਉਸ ਦਾ ਬੇਟਾ ਆਪਣਾ ਮਨੁੱਖੀ ਸੁਭਾਅ ਅਤੇ ਜਨਮ ਇੱਕ ਕੁਆਰੀ ਤੋਂ ਲਵੇ। ਖੁਦਾ ਆਪਣੇ ਇਸ ਨਿਰਣੇ ਤੋਂ ਖੁਸ਼ ਸੀ। ਉਹ ਮਰੀਅਮ ਨੂੰ ਆਪਣੀ ਸਾਰੀ ਰਚਨਾ ਨਾਲ ਜ਼ਿਆਦਾ ਪਿਆਰ ਕਰਦਾ ਸੀ। ਖੁਦਾ ਨੇ ਉਸ ਨੂੰ ਹਰ ਇੱਕ ਗੁਣ ਨਾਲ ਸ਼ਿੰਗਾਰਿਆ ਅਤੇ ਉਸ ਨੂੰ ਫਰਿਸ਼ਤਿਆਂ ਨਾਲੋਂ ਵੀ ਉੱਤਮ ਬਣਾਇਆ। ਇਸ ਲਈ ਮਰੀਅਮ ਦਾ ਇਤਿਹਾਸ ਬਹੁਤ ਪਹਿਲਾਂ ਆਦਿ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਬੇਸ਼ੱਕ ਆਦਨ ਬਾਗ, ਨਾਸਰਤ ਵਿੱਚ ਘਰ, ਬੈਤਲਹਮ ਦੀ ਸਰਾਂ, ਇਹ ਸਾਰੇ ਇਤਿਹਾਸ ਹਨ, ਪਰ ਮਰੀਅਮ ਦਾ ਇਤਿਹਾਸ ਉਹਨਾਂ ਸਦੀਆਂ ਤੋਂ ਸ਼ੁਰੂ ਹੁੰਦਾ ਹੈ ਜਦੋਂ ਤੋਂ ਸਮਾਂ ਹੋਂਦ ਵਿੱਚ ਆਇਆ। ਮੁਕਤੀਦਾਤੇ ਬਾਰੇ ਭਵਿੱਖਬਾਣੀ। ਖੁਦਾ ਦੇ ਹੁਕਮ ਨੂੰ ਤੋੜਨ ਤੋਂ ਬਾਅਦ ਦੀ ਹਾਲਤ। ਪਹਿਲੀ ਭਵਿੱਖਬਾਣੀ। ਸਾਡੇ ਪਹਿਲੇ ਮਾਪੇ ਬਾਬਾ ਆਦਮ ਤੇ ਹਵਾ ਆਦਨ ਬਾਗ ਵਿੱਚ ਪਾਪਾਂ ਵਿੱਚ ਡਿੱਗ ਪਏ ਸਨ, ਜਿਸ ਦਾ ਨਤੀਜਾ ਮੌਤ ਅਤੇ ਬਦਨਸੀਬੀ ਸੀ। ਇਸ ਦਾ ਖਾਸ ਪਾਤਰ ਸ਼ੈਤਾਨ ਸੀ। ਉਸਨੇ ਹਵਾ ਨੂੰ ਆਪਣਾ ਹਥਿਆਰ ਬਣਾ ਕੇ ਸਾਰੀ ਮਨੁੱਖ ਜਾਤੀ ਤੇ ਜਿੱਤ ਪਾ ਲਈ। ਸ਼ੈਤਾਨ ਦੀ ਜਿੱਤ ਦੇ ਬਾਅਦ ਖੁਦਾ ਨੇ ਸ਼ੈਤਾਨ ਨੂੰ ਚੇਤਾਵਨੀ ਦਿੱਤੀ ਕਿ ਉਸ ਨੂੰ ਉਸ ਦੇ ਕੀਤੇ ਦੀ ਸਜ਼ਾ ਮਿਲੇਗੀ ਅਤੇ ਉਸ ਦੀ ਹਾਰ ਵੀ ਹੋਵੇਗੀ। ਇਹ ਔਰਤ ਅਤੇ ਉਸ ਦੀ ਸੰਤਾਨ ਦੁਆਰਾ ਹੋਵੇਗੀ, ਜਿਸ ਤਰ੍ਹਾਂ ਕਿ ਖੁਦਾ ਨੇ ਕਿਹਾ, ਮੈਂ ਤੇਰੇ ਅਤੇ ਔਰਤ ਵਿੱਚ, ਤੇਰੀ ਸੰਤਾਨ ਅਤੇ ਔਰਤ ਦੀ ਸੰਤਾਨ ਵਿੱਚ ਵੈਰ ਪਾਵਾਂਗਾ। ਉਹ ਤੇਰੀ ਸਿਰੀ ਫੇਵੇਗੀ ਅਤੇ ਤੂੰ ਉਸ ਦੀ ਅੱਡੀ ਡੰਗੇਗਾ। ਇਹ ਔਰਤ ਕੌਣ ਹੈ ਜਿਸ ਦੇ ਬਾਰੇ ਖੁਦਾ ਬੜੇ ਸਪਸ਼ਟ ਢੰਗ ਨਾਲ ਬੋਲਦਾ ਹੈ? ਕੀ ਇਹ ਹਵਾ ਹੈ? ਹਵਾ ਕਿਵੇਂ ਹੋ ਸਕਦੀ ਹੈ? ਹਵਾ ਨੇ ਤਾਂ ਸ਼ੈਤਾਨ ਅੱਗੇ ਹਾਰ ਮੰਨ ਲਈ ਸੀ। ਇਹ ਔਰਤ ਸ਼ੈਤਾਨ ਦਾ ਸਿਰ ਮਿਧਣ ਦੇ
ਯੋਗ ਹੋਣੀ ਚਾਹੀਦੀ ਹੈ। ਸ਼ੈਤਾਨ ਨੂੰ ਹਰਾਉਣ ਲਈ ਇਹ ਔਰਤ ਸੱਪ ਦੁਆਰਾ ਹਰਾਈ ਗਈ ਨਹੀਂ ਹੋਣੀ ਚਾਹੀਦੀ। ਇਹ ਔਰਤ ਕਦੇ ਵੀ ਪਾਪ ਦੇ ਅਧੀਨ ਨਹੀਂ ਹੋਣੀ ਚਾਹੀਦੀ। ਉਹ ਔਰਤ ਕੌਣ ਸੀ ਜੋ ਗਰਭ ਵਿੱਚ ਪੈਣ ਜਨਮ ਤੋਂ ਲੈ ਕੇ ਮੌਤ ਤੱਕ ਪੂਰੀ ਜ਼ਿੰਦਗੀ ਕਦੇ ਵੀ ਸ਼ੈਤਾਨ ਦੀ ਗੁਲਾਮ ਨਹੀਂ ਬਣੀ ਸੀ? ਜੇਕਰ ਇਹ ਬੇਦਾਗ ਕੁਆਰੀ ਮਰੀਅਮ ਨਹੀਂ ਹੈ ਤਾਂ ਕੌਣ ਹੈ? ਇਹ ਤਿੰਨੋਂ ਪਾਤਰ, ਔਰਤ ਅਤੇ ਉਸਦੀ ਸੰਤਾਨ, ਮਸੀਹ ਅਤੇ ਸੱਪ, ਸ਼ੈਤਾਨ, ਇੱਕ ਵਾਰੀ ਫਿਰ ਪ੍ਰਕਾਸ਼ ਦੀ ਪੋਥੀ ਵਿੱਚ ਨਜ਼ਰ ਆਉਂਦੇ ਹਨ। ਸਾਡੇ ਕੋਲ ਬਾਈਬਲ ਵਿੱਚੋਂ ਉਦਾਹਰਨਾਂ ਹਨ ਕਿ ਇਹ ਔਰਤ ਹਵਾ ਨਹੀਂ ਹੈ। ਬਾਈਬਲ ਦੇ 3 ਲਿਖਾਰੀ ਇਸ ਦੀ ਗਵਾਹੀ ਦਿੰਦੇ ਹਨ ਕਿ ਹਵਾ ਸ਼ੈਤਾਨ ਦੇ ਕਾਬੂ ਵਿੱਚ ਆ ਚੁੱਕੀ ਸੀ ਅਤੇ ਉਹ ਹਮੇਸ਼ਾ ਉਸ ਦੇ ਕਾਬੂ ਵਿੱਚ ਰਹੀ ਸੀ। ਜਿਸ ਤਰ੍ਹਾਂ ਸੰਤ ਪੌਲਸ ਦੱਸਦੇ ਹਨ, ਇਸੇ ਤਰ੍ਹਾਂ ਇਹ ਆਦਮੀ ਨਹੀਂ ਜਿਸ ਨੇ ਧੋਖਾ ਖਾਧਾ ਸੀ, ਸਗੋਂ ਇਹ ਔਰਤ ਹੈ ਜਿਸ ਨੇ ਧੋਖਾ ਖਾਧਾ ਤੇ ਪਾਪਾਂ ਵਿੱਚ ਡਿੱਗੀ। ਇਸ ਲਈ ਪਾਪ ਦੀ ਸ਼ੁਰੂਆਤ ਪਹਿਲੀ ਔਰਤ ਹਵਾ ਤੋਂ ਹੋਈ, ਜਿਸ ਕਾਰਨ ਸਾਰਿਆਂ ਨੂੰ ਮੌਤ ਵਿੱਚ ਦੀ ਗੁਜ਼ਰਨਾ ਪੈਂਦਾ ਹੈ। ਬਾਈਬਲ ਦੀ ਪਹਿਲੀ ਕਿਤਾਬ ਦੱਸਦੀ ਹੈ ਕਿ ਔਰਤ ਆਪਣੀ ਸੰਤਾਨ ਦੁਆਰਾ ਸ਼ੈਤਾਨ 'ਤੇ ਜਿੱਤ ਪਾਵੇਗੀ। ਇਹ ਜਿੱਤ ਮਰੀਅਮ ਦੀ ਸੰਤਾਨ ਮਸੀਹ ਦੀ ਕੁਰਬਾਨੀ ਦੁਆਰਾ ਹੁੰਦੀ ਹੈ ਅਤੇ ਇਸ ਲਈ ਇਸ ਸੰਸਾਰ ਦੀ ਮੁਕਤੀ ਦੇ ਕੰਮ ਵਿੱਚ ਹਵਾ ਨਹੀਂ ਸਗੋਂ ਮਰੀਅਮ ਹੈ। ਸੰਤ ਪਾਪਾ ਪਿਉਸ 9ਵੇਂ ਨੇ ਆਪਣੇ ਪਾਸਵਾਨੀ ਪੱਤਰ ਵਿੱਚ ਕਿਹਾ ਕਿ ਜਿਵੇਂ ਮਰਜ਼ੀ ਅਸੀਂ ਵੇਖੀਏ ਪਰ ਸੱਪ ਦੀ ਸਿਰੀ ਮਿਧਣ ਲਈ ਮਰੀਅਮ ਤੋਂ ਇਲਾਵਾ ਹੋਰ ਕਿਸੇ ਨੂੰ ਵੇਖਣਾ ਅਸੰਭਵ ਹੈ। ਦੂਸਰੀ ਭਵਿੱਖਬਾਣੀ 732 ਮਸੀਹ ਤੋਂ ਪਹਿਲਾਂ ਵਿੱਚ ਜਦੋਂ ਯਹੂਦਾ ਦੇ ਰਾਜੇ ਆਹਾਜ਼ ਤੇ ਦਮਸ਼ਕ ਦੁਆਰਾ ਹਮਲਾ ਕੀਤਾ ਗਿਆ ਤਾਂ ਆਹਾਜ਼ ਰਾਜਾ ਆਪਣੇ ਲੋਕਾਂ ਅਤੇ ਯਰੂਸ਼ਲਮ ਸ਼ਹਿਰ ਦੇ ਬਾਰੇ ਵਿੱਚ ਸਹਿਮ ਗਿਆ। ਪਰ ਖੁਦਾ ਨੇ ਯਸ਼ਾਇਆ ਨਬੀ ਨੂੰ ਆਹਾਜ਼ ਕੋਲ ਭੇਜਿਆ ਅਤੇ ਯਸ਼ਾਇਆ ਨਬੀ ਨੇ ਆਹਾਜ਼ ਨੂੰ ਕਿਹਾ ਕਿ ਖੁਦਾ ਆਪ ਆਪਣੇ ਲੋਕਾਂ ਦੀ ਅਤੇ ਯਹੂਦਾ ਦੇ ਸ਼ਹਿਰ ਦੀ ਰਖਵਾਲੀ ਕਰੇਗਾ। ਯਸ਼ਾਇਆ ਨੇ ਆਹਾਜ਼ ਨਾਲ ਵਾਅਦਾ ਕੀਤਾ ਕਿ ਉਹ ਆਪਣੇ ਸ਼ਬਦਾਂ ਨੂੰ ਸੱਚੇ ਸਿੱਧ ਕਰਨ ਲਈ ਖੁਦਾ ਕੋਲੋਂ ਇੱਕ ਚਿੰਨ੍ਹ ਵੇਖੇਗਾ। ਪਰ ਆਹਾਜ਼ ਨੇ ਬੜੀ ਹਲੀਮੀ ਨਾਲ ਕਿਹਾ ਕਿ ਉਹ ਖੁਦਾ ਕੋਲ ਕੋਈ ਚਿੰਨ੍ਹ ਨਹੀਂ ਮੰਗੇਗਾ ਕਿਉਂਕਿ ਉਸਨੂੰ ਖੁਦਾ ਉੱਤੇ ਭਰੋਸਾ ਹੈ। ਯਸ਼ਾਇਆ ਨਬੀ ਨੂੰ ਰਾਜੇ ਦੇ ਇਹ ਸ਼ਬਦ ਸੁਣ ਕੇ ਬਹੁਤ ਖੁਸ਼ੀ ਹੋਈ ਅਤੇ ਉਸਨੇ ਆਹਾਜ਼ ਨੂੰ ਕਿਹਾ, ਪਰ ਪ੍ਰਭੂ ਆਪ ਤੈਨੂੰ ਚਿੰਨ੍ਹ ਵਿਖਾਵੇਗਾ। ਇੱਕ ਕੁਆਰੀ ਗਰਭਵਤੀ ਹੋਵੇਗੀ ਅਤੇ ਇੱਕ ਪੁੱਤਰ ਨੂੰ ਜਨਮ ਦੇਵੇਗੀ ਅਤੇ ਉਸ ਦਾ ਨਾਂ ਇਮਾਨੁਅਲ ਰੱਖੇਗੀ। ਇਹ ਭਵਿੱਖਬਾਣੀ ਦਾ ਮਤਲਬ ਹੈ ਕਿ ਖੁਦਾ ਦਾਊਦ ਦੇ ਰਾਜੇ ਨੂੰ ਦਮਸ਼ਕ ਦੇ ਰਾਜਾਂ ਤੋਂ ਬਚਾ ਕੇ ਰੱਖੇਗਾ ਅਤੇ ਮਸੀਹ ਇਸ ਰਾਜ ਵਿੱਚ ਸੰਸਾਰ ਵਿੱਚ ਆਵੇਗਾ ਅਤੇ ਉਸ ਦੇ ਆਉਣ ਦਾ ਨਿਸ਼ਾਨ ਅਨੋਖਾ ਹੋਵੇਗਾ ਕਿਉਂਕਿ ਉਹ ਇੱਕ ਕੁਆਰੀ ਤੋਂ ਜਨਮ ਲਵੇਗਾ। ਇਸ ਲਈ ਯਹੂਦਾ ਖੁਦਾ ਦੇ ਦੁਆਰਾ ਉਸ ਦੇ ਦੁਸ਼ਮਣ ਦੇ ਸਾਹਮਣੇ ਡਟਿਆ ਰਿਹਾ ਸੀ। ਸੋ ਉਮੀਦ ਹੈ ਕਿ ਆਪ ਸਭ ਨੂੰ ਅਧਿਆਇ 4 ਮਾਂ ਮਰੀਅਮ ਦਾ ਇਤਿਹਾਸ ਦੇ ਬਾਰੇ ਸਮਝ ਲੱਗ ਗਈ ਹੋਵੇਗੀ।